ਫਾਲਸ ਵੀਕਲਿੰਗ ਟਰੂ ਪਾਵਰ, ਫਾਲਸ ਵੀਕਲਨ ਅ ਟਰੂ ਪਾਵਰ। ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ, ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ। ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ। ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ। ਇਹ ਸਮਾਜਕ ਤਾਣੇ ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਤਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ, ਪਿਤਾ ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਜਾਂ ਮਾਂ ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ, ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ। ਵਿਜ਼ੂਅਲ ਸਟੋਰੀ ਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼ ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ, ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ, ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ, ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜ੍ਹੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ। ਥੋੜ੍ਹੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ, ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਹਨਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ, ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ, ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ, ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ-ਹੌਲੀ ਬੋਲਣਾ ਸ਼ੁਰੂ ਕਰਦਾ ਹੈ,
ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾ ਦਿੰਦਾ ਹੈ, ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ ਮੁੱਖ ਪਾਤਰ ਦੀ ਮਾਂ ਕਹਿੰਦੀ ਹੈ, ਪੁੱਤਰ, ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸ ਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜ੍ਹੀ ਅਟਕੀ ਹੋਈ ਜਾਪਦੀ ਹੈ। ਨਾਲ ਹੀ ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ, ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ ਚੁੱਪ ਵਿੱਚੋਂ ਆਵਾਜ਼ ਲੱਭਣੀ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਪਾਤਰ ਦੀ ਯਾਤਰਾ ਨੂੰ ਦੇਖਣਾ ਚਾਹੁੰਦੇ ਹੋ ਜੋ ਬਿਲਕੁਲ ਆਮ ਹੁੰਦਾ ਹੈ, ਪਰ ਅਸਾਧਾਰਨ ਤਾਕਤ ਰੱਖਦਾ ਹੈ, ਤਾਂ ਇਹ ਡਰਾਮਾ ਤੁਹਾਡੇ ਲਈ ਹੈ। ਆਖਰ ਵਿੱਚ, ਇਹ ਕਹਾਣੀ ਇੱਕ ਖੂਬਸੂਰਤ ਸੁਨੇਹਾ ਦਿੰਦੀ ਹੈ, ਸੱਚੀ ਤਾਕਤ ਕਦੇ ਕਿਸੇ ਤੇ ਰੋਣ ਨਾਲ ਨਹੀਂ ਆਉਂਦੀ, ਸਗੋਂ ਆਪਣੇ ਅਥਰੂਆਂ ਨੂੰ ਹਥਿਆਰ ਬਣਾਉਣ ਨਾਲ ਆਉਂਦੀ ਹੈ। ਫਾਲਸ ਵੀਕਲਿੰਗ ਟਰੂ ਪਾਵਰ ਫਾਲਸ ਵੀਕਲਨ ਟਰੂ ਪਾਵਰ ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ, ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ। ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ। ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ। ਇਹ ਸਮਾਜਕ ਤਾਣੇ ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ, ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਤਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ, ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ, ਪਿਤਾ ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਮਾਂ ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ, ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ।
ਵਿਜ਼ੂਅਲ ਸਟੋਰੀਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼ ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ, ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ, ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ, ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜ੍ਹੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ। ਥੋੜ੍ਹੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ, ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਹਨਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨ੍ਹਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ, ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ, ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ, ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ ਬੋਲਣਾ ਸ਼ੁਰੂ ਕਰਦਾ ਹੈ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾਅ ਦਿੰਦਾ ਹੈ, ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ, ਮੁੱਖ ਪਾਤਰ ਦੀ ਮਾਂ ਕਹਿੰਦੀ ਹੈ, ਪੁੱਤਰ, ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸ ਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ, ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜ੍ਹੀ ਅਟਕੀ ਹੋਈ ਜਾਪਦੀ ਹੈ। ਨਾਲ ਹੀ, ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜ੍ਹਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜ੍ਹੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ, ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ ਚੁੱਪ ਵਿੱਚੋਂ ਆਵਾਜ਼ ਲੱਭਣੀ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਪਾਤਰ ਦੀ ਯਾਤਰਾ ਨੂੰ ਦੇਖਣਾ ਚਾਹੁੰਦੇ ਹੋ ਜੋ ਬਿਲਕੁਲ ਆਮ ਹੁੰਦਾ ਹੈ, ਪਰ ਅਸਾਧਾਰਨ ਤਾਕਤ ਰੱਖਦਾ ਹੈ, ਤਾਂ ਇਹ ਡਰਾਮਾ ਤੁਹਾਡੇ ਲਈ ਹੈ। ਆਖਰ ਵਿੱਚ, ਇਹ ਕਹਾਣੀ ਇੱਕ ਖੂਬਸੂਰਤ ਸੁਨੇਹਾ ਦਿੰਦੀ ਹੈ, ਸੱਚੀ ਤਾਕਤ ਕਦੇ ਕਿਸੇ ਤੇ ਰੋਣ ਨਾਲ ਨਹੀਂ ਆਉਂਦੀ, ਸਗੋਂ ਆਪਣੇ ਅਥਰੂਆਂ ਨੂੰ ਹਥਿਆਰ ਬਣਾਉਣ ਨਾਲ ਆਉਂਦੀ ਹੈ। ਫਾਲਸ ਵੀਕਲਿੰਗ ਟਰੂ ਪਾਵਰ ਫਾਲਸ ਵੀਕਲਨ ਟਰੂ ਪਾਵਰ ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ, ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ।
ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ। ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ। ਇਹ ਸਮਾਜਕ ਤਾਣੇ ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਤਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ, ਪਿਤਾ ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਜਾਂ ਮਾਂ ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ, ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ। ਵਿਜ਼ੂਅਲ ਸਟੋਰੀ ਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼ ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ, ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ, ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ, ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜ੍ਹੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ। ਥੋੜ੍ਹੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ, ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਹਨਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ, ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ, ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ, ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ ਬੋਲਣਾ ਸ਼ੁਰੂ ਕਰਦਾ ਹੈ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾਅ ਦਿੰਦਾ ਹੈ,
ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ ਮੁੱਖ ਪਾਤਰ ਦੀ ਮਾਂ ਕਹਿੰਦੀ ਹੈ, ਪੁੱਤਰ, ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸ ਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜ੍ਹੀ ਅਟਕੀ ਹੋਈ ਜਾਪਦੀ ਹੈ। ਨਾਲ ਹੀ ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜ੍ਹਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜ੍ਹੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ, ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ ਚੁੱਪ ਵਿੱਚੋਂ ਆਵਾਜ਼ ਲੱਭਣੀ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਪਾਤਰ ਦੀ ਯਾਤਰਾ ਨੂੰ ਦੇਖਣਾ ਚਾਹੁੰਦੇ ਹੋ ਜੋ ਬਿਲਕੁਲ ਆਮ ਹੁੰਦਾ ਹੈ, ਪਰ ਅਸਾਧਾਰਨ ਤਾਕਤ ਰੱਖਦਾ ਹੈ, ਤਾਂ ਇਹ ਡਰਾਮਾ ਤੁਹਾਡੇ ਲਈ ਹੈ। ਆਖਰ ਵਿੱਚ, ਇਹ ਕਹਾਣੀ ਇੱਕ ਖੂਬਸੂਰਤ ਸੁਨੇਹਾ ਦਿੰਦੀ ਹੈ, ਸੱਚੀ ਤਾਕਤ ਕਦੇ ਕਿਸੇ ਤੇ ਰੋਣ ਨਾਲ ਨਹੀਂ ਆਉਂਦੀ, ਸਗੋਂ ਆਪਣੇ ਅਥਰੂਆਂ ਨੂੰ ਹਥਿਆਰ ਬਣਾਉਣ ਨਾਲ ਆਉਂਦੀ ਹੈ। ਫਾਲਸ ਵੀਕਲਿੰਗ ਟਰੂ ਪਾਵਰ ਫਾਲਸ ਵੀਕਲਨ ਟਰੂ ਪਾਵਰ ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ, ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ। ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ। ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ। ਇਹ ਸਮਾਜਕ ਤਾਣੇ-ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ, ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਤਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ, ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ, ਪਿਤਾ-ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਜਾਂ ਮਾਂ-ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ, ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ। ਵਿਜ਼ੂਅਲ ਸਟੋਰੀਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼-ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ,
ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ, ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ, ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ। ਥੋੜੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ, ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਹਨਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ, ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ, ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ, ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ ਬੋਲਣਾ ਸ਼ੁਰੂ ਕਰਦਾ ਹੈ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾ ਦਿੰਦਾ ਹੈ, ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ, ਮੁੱਖ ਪਾਤਰ ਦੀ ਮਾਂ ਕਹਿੰਦੀ ਹੈ, ਪੁੱਤਰ, ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ, ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜੀ ਅਟਕੀ ਹੋਈ ਜਾਪਦੀ ਹੈ। ਨਾਲ ਹੀ, ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ, ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ ਚੁੱਪ ਵਿੱਚੋਂ ਆਵਾਜ਼ ਲੱਭਣੀ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਪਾਤਰ ਦੀ ਯਾਤਰਾ ਨੂੰ ਦੇਖਣਾ ਚਾਹੁੰਦੇ ਹੋ ਜੋ ਬਿਲਕੁਲ ਆਮ ਹੁੰਦਾ ਹੈ, ਪਰ ਅਸਾਧਾਰਨ ਤਾਕਤ ਰੱਖਦਾ ਹੈ, ਤਾਂ ਇਹ ਡਰਾਮਾ ਤੁਹਾਡੇ ਲਈ ਹੈ। ਆਖਰ ਵਿੱਚ, ਇਹ ਕਹਾਣੀ ਇੱਕ ਖੂਬਸੂਰਤ ਸੁਨੇਹਾ ਦਿੰਦੀ ਹੈ, ਸੱਚੀ ਤਾਕਤ ਕਦੇ ਕਿਸੇ ਤੇ ਰੋਣ ਨਾਲ ਨਹੀਂ ਆਉਂਦੀ, ਸਗੋਂ ਆਪਣੇ ਅਥਰੂਆਂ ਨੂੰ ਹਥਿਆਰ ਬਣਾਉਣ ਨਾਲ ਆਉਂਦੀ ਹੈ। ਫਾਲਸ ਵੀਕਲਿੰਗ ਟਰੂ ਪਾਵਰ ਫਾਲਸ ਵੀਕਲਨ ਟਰੂ ਪਾਵਰ ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ, ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ। ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ,
ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵੱਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ। ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ। ਇਹ ਸਮਾਜਕ ਤਾਣੇ-ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਤਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ, ਪਿਤਾ-ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਜਾਂ ਮਾਂ-ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ "ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ" ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ। ਵਿਜ਼ੂਅਲ ਸਟੋਰੀਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼-ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ, ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ, ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ, ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜ੍ਹੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ। ਥੋੜ੍ਹੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ, ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਹਨਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨ੍ਹਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ, ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ, ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ, ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ ਬੋਲਣਾ ਸ਼ੁਰੂ ਕਰਦਾ ਹੈ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾਅ ਦਿੰਦਾ ਹੈ, ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ, ਮੁੱਖ ਪਾਤਰ ਦੀ ਮਾਂ ਕਹਿੰਦੀ ਹੈ,
ਪੁੱਤਰ ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸ ਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜ੍ਹੀ ਅਟਕੀ ਹੋਈ ਜਾਪਦੀ ਹੈ। ਨਾਲ ਹੀ ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜ੍ਹਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜ੍ਹੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ, ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ ਚੁੱਪ ਵਿੱਚੋਂ ਆਵਾਜ਼ ਲੱਭਣੀ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਪਾਤਰ ਦੀ ਯਾਤਰਾ ਨੂੰ ਦੇਖਣਾ ਚਾਹੁੰਦੇ ਹੋ ਜੋ ਬਿਲਕੁਲ ਆਮ ਹੁੰਦਾ ਹੈ ਪਰ ਅਸਾਧਾਰਨ ਤਾਕਤ ਰੱਖਦਾ ਹੈ, ਤਾਂ ਇਹ ਡਰਾਮਾ ਤੁਹਾਡੇ ਲਈ ਹੈ। ਆਖਰ ਵਿੱਚ, ਇਹ ਕਹਾਣੀ ਇੱਕ ਖੂਬਸੂਰਤ ਸੁਨੇਹਾ ਦਿੰਦੀ ਹੈ, ਸੱਚੀ ਤਾਕਤ ਕਦੇ ਕਿਸੇ ਤੇ ਰੋਣ ਨਾਲ ਨਹੀਂ ਆਉਂਦੀ, ਸਗੋਂ ਆਪਣੇ ਅਥਰੂਆਂ ਨੂੰ ਹਥਿਆਰ ਬਣਾਉਣ ਨਾਲ ਆਉਂਦੀ ਹੈ। ਫਾਲਸ ਵੀਕਲਿੰਗ ਟਰੂ ਪਾਵਰ ਫਾਲਸ ਵੀਕਲਨ ਟਰੂ ਪਾਵਰ ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ, ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ। ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ। ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ। ਇਹ ਸਮਾਜਕ ਤਾਣੇ-ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ, ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਤਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ, ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ, ਪਿਤਾ-ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਮਾਂ-ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ, ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ। ਵਿਜ਼ੂਅਲ ਸਟੋਰੀਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼-ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ, ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ, ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ
ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ। ਥੋੜੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਨ੍ਹਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨ੍ਹਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ, ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ, ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ, ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ ਬੋਲਣਾ ਸ਼ੁਰੂ ਕਰਦਾ ਹੈ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾ ਦਿੰਦਾ ਹੈ, ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਨ੍ਹਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ ਮੁੱਖ ਪਾਤਰ ਦੀ ਮਾਂ ਕਹਿੰਦੀ ਹੈ, ਪੁੱਤਰ, ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ, ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜੀ ਅਟਕੀ ਹੋਈ ਜਾਪਦੀ ਹੈ। ਨਾਲ ਹੀ, ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ, ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ ਚੁੱਪ ਵਿੱਚੋਂ ਆਵਾਜ਼ ਲੱਭਣੀ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਪਾਤਰ ਦੀ ਯਾਤਰਾ ਨੂੰ ਦੇਖਣਾ ਚਾਹੁੰਦੇ ਹੋ ਜੋ ਬਿਲਕੁਲ ਆਮ ਹੁੰਦਾ ਹੈ, ਪਰ ਅਸਾਧਾਰਨ ਤਾਕਤ ਰੱਖਦਾ ਹੈ, ਤਾਂ ਇਹ ਡਰਾਮਾ ਤੁਹਾਡੇ ਲਈ ਹੈ। ਆਖਰ ਵਿੱਚ, ਇਹ ਕਹਾਣੀ ਇੱਕ ਖੂਬਸੂਰਤ ਸੁਨੇਹਾ ਦਿੰਦੀ ਹੈ, ਸੱਚੀ ਤਾਕਤ ਕਦੇ ਕਿਸੇ ਤੇ ਰੋਣ ਨਾਲ ਨਹੀਂ ਆਉਂਦੀ, ਸਗੋਂ ਆਪਣੇ ਅਥਰੂਆਂ ਨੂੰ ਹਥਿਆਰ ਬਣਾਉਣ ਨਾਲ ਆਉਂਦੀ ਹੈ। ਫਾਲਸ ਵੀਕਲਿੰਗ ਟਰੂ ਪਾਵਰ ਫਾਲਸ ਵੀਕਲਨ ਟਰੂ ਪਾਵਰ ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ, ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ। ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ।
ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ। ਇਹ ਸਮਾਜਕ ਤਾਣੇ ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਤਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ ਪਿਤਾ ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਜਾਂ ਮਾਂ ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ, ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ। ਵਿਜ਼ੂਅਲ ਸਟੋਰੀਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼ ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ, ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜ੍ਹੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ। ਥੋੜ੍ਹੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਹਨਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ, ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ, ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ ਬੋਲਣਾ ਸ਼ੁਰੂ ਕਰਦਾ ਹੈ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾਅ ਦਿੰਦਾ ਹੈ, ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ ਮੁੱਖ ਪਾਤਰ ਦੀ ਮਾਂ ਕਹਿੰਦੀ ਹੈ, ਪੁੱਤਰ, ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸ ਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜ੍ਹੀ ਅਟਕੀ ਹੋਈ ਜਾਪਦੀ ਹੈ।
ਨਾਲ ਹੀ ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ, ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ ਚੁੱਪ ਵਿੱਚੋਂ ਆਵਾਜ਼ ਲੱਭਣੀ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਪਾਤਰ ਦੀ ਯਾਤਰਾ ਨੂੰ ਦੇਖਣਾ ਚਾਹੁੰਦੇ ਹੋ ਜੋ ਬਿਲਕੁਲ ਆਮ ਹੁੰਦਾ ਹੈ ਪਰ ਅਸਾਧਾਰਨ ਤਾਕਤ ਰੱਖਦਾ ਹੈ, ਤਾਂ ਇਹ ਡਰਾਮਾ ਤੁਹਾਡੇ ਲਈ ਹੈ। ਆਖਰ ਵਿੱਚ, ਇਹ ਕਹਾਣੀ ਇੱਕ ਖੂਬਸੂਰਤ ਸੁਨੇਹਾ ਦਿੰਦੀ ਹੈ, ਸੱਚੀ ਤਾਕਤ ਕਦੇ ਕਿਸੇ ਤੇ ਰੋਣ ਨਾਲ ਨਹੀਂ ਆਉਂਦੀ, ਸਗੋਂ ਆਪਣੇ ਅਥਰੂਆਂ ਨੂੰ ਹਥਿਆਰ ਬਣਾਉਣ ਨਾਲ ਆਉਂਦੀ ਹੈ। ਫਾਲਸ ਵੀਕਲਿੰਗ ਟਰੂ ਪਾਵਰ ਫਾਲਸ ਵੀਕਲਨ ਟਰੂ ਪਾਵਰ ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ, ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ। ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ। ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ। ਇਹ ਸਮਾਜਕ ਤਾਣੇ-ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ, ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਤਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ, ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ, ਪਿਤਾ-ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਜਾਂ ਮਾਂ-ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ, ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ। ਵਿਜ਼ੂਅਲ ਸਟੋਰੀਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼-ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ, ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ, ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ, ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜ੍ਹੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ।
ਥੋੜੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਹਨਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ, ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ, ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ ਬੋਲਣਾ ਸ਼ੁਰੂ ਕਰਦਾ ਹੈ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾ ਦਿੰਦਾ ਹੈ, ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ ਮੁੱਖ ਪਾਤਰ ਦੀ ਮਾਂ ਕਹਿੰਦੀ ਹੈ, ਪੁੱਤਰ, ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸ ਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜੀ ਅਟਕੀ ਹੋਈ ਜਾਪਦੀ ਹੈ। ਨਾਲ ਹੀ ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ, ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ ਚੁੱਪ ਵਿੱਚੋਂ ਆਵਾਜ਼ ਲੱਭਣੀ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਪਾਤਰ ਦੀ ਯਾਤਰਾ ਨੂੰ ਦੇਖਣਾ ਚਾਹੁੰਦੇ ਹੋ ਜੋ ਬਿਲਕੁਲ ਆਮ ਹੁੰਦਾ ਹੈ, ਪਰ ਅਸਾਧਾਰਨ ਤਾਕਤ ਰੱਖਦਾ ਹੈ, ਤਾਂ ਇਹ ਡਰਾਮਾ ਤੁਹਾਡੇ ਲਈ ਹੈ। ਆਖਰ ਵਿੱਚ, ਇਹ ਕਹਾਣੀ ਇੱਕ ਖੂਬਸੂਰਤ ਸੁਨੇਹਾ ਦਿੰਦੀ ਹੈ, ਸੱਚੀ ਤਾਕਤ ਕਦੇ ਕਿਸੇ ਤੇ ਰੋਣ ਨਾਲ ਨਹੀਂ ਆਉਂਦੀ, ਸਗੋਂ ਆਪਣੇ ਅਥਰੂਆਂ ਨੂੰ ਹਥਿਆਰ ਬਣਾਉਣ ਨਾਲ ਆਉਂਦੀ ਹੈ। ਫਾਲਸ ਵੀਕਲਿੰਗ ਟਰੂ ਪਾਵਰ ਫਾਲਸ ਵੀਕਲਨ ਟਰੂ ਪਾਵਰ ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ, ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ। ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ। ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ।
ਇਹ ਸਮਾਜਕ ਤਾਣੇ ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚੁਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਧਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ, ਪਿਤਾ ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਜਾਂ ਮਾਂ ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ, ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ। ਵਿਜ਼ੂਅਲ ਸਟੋਰੀ ਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼ ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ, ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ, ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜ੍ਹੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ। ਥੋੜ੍ਹੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਹਨਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ, ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ, ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ, ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ ਬੋਲਣਾ ਸ਼ੁਰੂ ਕਰਦਾ ਹੈ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾ ਦਿੰਦਾ ਹੈ, ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ, ਮੁੱਖ ਪਾਤਰ ਦੀ ਮਾਂ ਕਹਿੰਦੀ ਹੈ, ਪੁੱਤਰ, ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸ ਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ, ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜ੍ਹੀ ਅਟਕੀ ਹੋਈ ਜਾਪਦੀ ਹੈ। ਨਾਲ ਹੀ, ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜ੍ਹਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜ੍ਹੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ,
ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ ਚੁੱਪ ਵਿੱਚੋਂ ਆਵਾਜ਼ ਲੱਭਣੀ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਪਾਤਰ ਦੀ ਯਾਤਰਾ ਨੂੰ ਦੇਖਣਾ ਚਾਹੁੰਦੇ ਹੋ ਜੋ ਬਿਲਕੁਲ ਆਮ ਹੁੰਦਾ ਹੈ ਪਰ ਅਸਾਧਾਰਨ ਤਾਕਤ ਰੱਖਦਾ ਹੈ, ਤਾਂ ਇਹ ਡਰਾਮਾ ਤੁਹਾਡੇ ਲਈ ਹੈ। ਆਖਰ ਵਿੱਚ ਇਹ ਕਹਾਣੀ ਇੱਕ ਖੂਬਸੂਰਤ ਸੁਨੇਹਾ ਦਿੰਦੀ ਹੈ, ਸੱਚੀ ਤਾਕਤ ਕਦੇ ਕਿਸੇ ਤੇ ਰੋਣ ਨਾਲ ਨਹੀਂ ਆਉਂਦੀ, ਸਗੋਂ ਆਪਣੇ ਅਥਰੂਆਂ ਨੂੰ ਹਥਿਆਰ ਬਣਾਉਣ ਨਾਲ ਆਉਂਦੀ ਹੈ। ਫਾਲਸ ਵੀਕਲਿੰਗ ਟਰੂ ਪਾਵਰ ਫਾਲਸ ਵੀਕਲਨ ਅਟਰੂ ਪਾਵਰ ਡਰਾਮੇ ਦੀ ਕਹਾਣੀ ਇੱਕ ਔਰਤ ਦੇ ਦਰਦ ਅਤੇ ਤਾਕਤ ਦੇ ਦਰਮਿਆਨ ਸੰਘਰਸ਼ ਦੀ ਹੈ, ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ। ਇਹ ਸਿਰਫ ਇੱਕ ਮਨੋਰੰਜਨ ਨਹੀਂ, ਸਗੋਂ ਉਸ ਮਨੁੱਖੀ ਮਨ ਦੀ ਗੁੰਝਲਦਾਰ ਸਥਿਤੀ ਦਾ ਆਇਨਾ ਹੈ ਜੋ ਬਾਹਰੋਂ ਟੁੱਟਿਆ ਜਾਪਦਾ ਹੈ ਪਰ ਅੰਦਰੋਂ ਅੱਗ ਦਾ ਗੋਲਾ ਹੁੰਦਾ ਹੈ। ਇਹ ਲਿਖਤ ਇਸ ਡਰਾਮੇ ਦੀ ਪੂਰੀ ਸਮੀਖਿਆ ਪੰਜਾਬੀ ਜ਼ੁਬਾਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਅਸੀਂ ਇਸ ਦੀਆਂ ਪਰਤਾਂ ਨੂੰ ਉਗਾੜਾਂਗੇ। ਡਰਾਮੇ ਦਾ ਮੁੱਖ ਪਾਤਰ, ਜਿਸ ਨੂੰ ਸਮਾਜ ਕਮਜ਼ੋਰ ਕਰਾਰ ਦਿੰਦਾ ਹੈ, ਅਸਲ ਵਿੱਚ ਆਪਣੀ ਚੁੱਪ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਘਰੇਲੂ ਹਿੰਸਾ ਅਤੇ ਮਾਨਸਿਕ ਅਤਿਆਚਾਰ ਦੇ ਉਸ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਨਾਇਕਾ ਨੂੰ ਤਾਕਤਵਰ ਲੋਕਾਂ ਵੱਲੋਂ ਦਬਾਇਆ ਜਾਂਦਾ ਹੈ। ਪਰ ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ, ਉਹ ਕਮਜ਼ੋਰੀ ਦਾ ਭੇਸ ਬਦਲਦੀ ਹੈ। ਇਹ ਡਰਾਮਾ ਦਰਸ਼ਕ ਨੂੰ ਸਭ ਤੋਂ ਵੱਡਾ ਸਵਾਲ ਕਰਦਾ ਹੈ ਕਿ ਆਖਰ ਅਸਲੀ ਤਾਕਤ ਕੀ ਹੁੰਦੀ ਹੈ। ਕੀ ਉਹ ਜੋ ਬਾਹਰੋਂ ਬੁੱਲੇ ਮਾਰਦਾ ਹੈ, ਜਾਂ ਉਹ ਜੋ ਅੰਦਰੋਂ ਅੱਗ ਬਣ ਕੇ ਸੜਦਾ ਹੈ ਤੇ ਆਪਣਾ ਬਦਲਾ ਚੁੱਪ ਨਾਲ ਲੈਂਦਾ ਹੈ। ਡਰਾਮੇ ਦਾ ਰਚਣਹਾਰਾ ਫਾਲਸ ਵੀਕਲਿੰਗ ਦੀ ਕਨਸੈਪਟ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਰਤਦਾ ਹੈ। ਦਰਸ਼ਕ ਨੂੰ ਸ਼ੁਰੂ ਵਿੱਚ ਲੱਗਦਾ ਹੈ ਜਿਵੇਂ ਇਹ ਪਾਤਰ ਹਾਰ ਚੁੱਕਾ ਹੈ, ਪਰ ਬਾਅਦ ਵਿੱਚ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਹੀ ਪਾਤਰ ਸਭ ਤੋਂ ਔਖੇ ਪਲ ਵਿੱਚ ਸੱਚ ਦੀ ਤਲਵਾਰ ਚੁੱਕ ਲੈਂਦਾ ਹੈ। ਕਮਜ਼ੋਰ ਨਾ ਹੋਣਾ, ਸਗੋਂ ਕਮਜ਼ੋਰ ਦਿਸਣਾ ਹੀ ਇਸ ਦਾ ਮੂਲ ਮੰਤਰ ਹੈ। ਇਹ ਸਮਾਜਕ ਤਾਣੇ-ਬਾਣੇ ਦੀ ਉਹ ਸੱਚਾਈ ਹੈ ਜਿੱਥੇ ਸ਼ਕਤੀ ਹਮੇਸ਼ਾ ਉਸੇ ਨੂੰ ਨਹੀਂ ਮਿਲਦੀ ਜੋ ਚੀਕਦਾ ਹੈ, ਸਗੋਂ ਉਸ ਨੂੰ ਮਿਲਦੀ ਹੈ ਜੋ ਚੁੱਪ-ਚਪੀਤੇ ਆਪਣੀ ਜੰਗ ਲੜਨਾ ਜਾਣਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਵਿੱਚ ਮੁੱਖ ਕਿਰਦਾਰ ਨੇ ਜਿਸ ਕਮਾਲ ਨਾਲ ਬੇਬਸੀ ਤੋਂ ਬਾਗੀ ਹੋਣ ਤੱਕ ਦਾ ਸਫ਼ਰ ਨਿਭਾਇਆ ਹੈ, ਉਹ ਸਲਾਹੁਣਯੋਗ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੁੱਲ੍ਹਾਂ ਦੀ ਸਿਲਵੀ ਚੁੱਪ ਸਾਫ਼ ਬਿਆਨ ਕਰਦੀ ਹੈ ਕਿ ਬੰਦਾ ਸੱਚਮੁੱਚ ਕਿੰਨਾ ਟੁੱਟ ਸਕਦਾ ਹੈ। ਫਿਰ ਵੀ ਉਸੇ ਦੇ ਕਿਰਦਾਰ ਦੇ ਅੰਤ ਵਿੱਚ ਆਉਣ ਦੀ ਚਮਕ ਇਹ ਸਾਬਤ ਕਰਦੀ ਹੈ ਕਿ ਤਾਕਤ ਸਰੀਰਕ ਨਹੀਂ, ਮਾਨਸਿਕ ਹੁੰਦੀ ਹੈ। ਸਹਾਇਕ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਜੋ ਇਸ ਦੀ ਕਹਾਣੀ ਨੂੰ ਠੋਸ ਤਰਤੀ ਦਿੰਦੇ ਹਨ। ਡਰਾਮੇ ਦਾ ਸੰਵਾਦ ਲੇਖਨ ਵੀ ਬਹੁਤ ਤਾਕਤਵਰ ਹੈ। ਪੰਜਾਬੀ ਦੇ ਮੁਹਾਵਰੇ ਅਤੇ ਸੰਕੇਤਾਂ ਨੂੰ ਵਰਤਦਿਆਂ ਲੇਖਕ ਨੇ ਘਰੇਲੂ ਰਿਸ਼ਤਿਆਂ ਦੀ ਪੇਚੀਦਗੀ ਨੂੰ ਕਈ ਥਾਈਂ ਅਦਭੁਤ ਤਰੀਕੇ ਨਾਲ ਉਭਾਰਿਆ ਹੈ। ਉਦਾਹਰਣ ਵਜੋਂ, ਪਿਤਾ-ਪੁੱਤ ਦੇ ਰਿਸ਼ਤੇ ਵਿੱਚ ਦਿਖਾਇਆ ਗਿਆ ਤਣਾਅ ਜਾਂ ਮਾਂ-ਧੀ ਦਾ ਉਹ ਪਲ ਜਿੱਥੇ ਮਾਂ ਧੀ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੀ ਹੈ ਪਰ ਬਾਅਦ ਵਿੱਚ ਉਸੇ ਚੁੱਪ ਨੂੰ ਤੋੜਨ ਦੀ ਵਕਾਲਤ ਕਰਦੀ ਹੈ। ਉਹ ਸੰਵਾਦ ਤੇਰੀ ਚੁੱਪ ਤੇਰਾ ਜ਼ਹਿਰ ਹੈ ਜਾਂ ਦਵਾ, ਤੂੰ ਹੀ ਜਾਣਦੀ ਏ, ਦਰਸ਼ਕਾਂ ਦੇ ਮਨਾਂ ਵਿੱਚ ਉਤਰ ਜਾਂਦਾ ਹੈ। ਡਰਾਮੇ ਦੇ ਨਿਰਦੇਸ਼ਨ ਦੀ ਵੀ ਖਾਸ ਚਰਚਾ ਹੋਣੀ ਚਾਹੀਦੀ ਹੈ। ਵਿਜ਼ੂਅਲ ਸਟੋਰੀਟੈਲਿੰਗ ਇੰਨੀ ਪ੍ਰਭਾਵਸ਼ਾਲੀ ਹੈ ਕਿ ਘੱਟ ਸੰਵਾਦਾਂ ਵਿੱਚ ਵੀ ਕਹਾਣੀ ਸਾਫ਼ ਸੁਣਾਈ ਦਿੰਦੀ ਹੈ। ਕੈਮਰਾ ਅਕਸਰ ਪਾਤਰ ਦੇ ਚਿਹਰੇ ਦੇ ਕਲੋਜ਼-ਅਪ ਤੇ ਟਿਕਦਾ ਹੈ, ਜਿਸ ਨਾਲ ਦਰਸ਼ਕ ਉਸ ਦੇ ਅੰਦਰੂਨੀ ਤੂਫਾਨ ਨੂੰ ਪਛਾਣ ਸਕੇ। ਵਰਤੇ ਗਏ ਰੰਗ ਵੀ ਮਹੱਤਵਪੂਰਨ ਹਨ। ਸ਼ੁਰੂ ਵਿੱਚ ਫਿੱਕੇ ਅਤੇ ਸੁਆਹ ਵਰਗੇ ਰੰਗ ਦਿਮਾਗੀ ਤਣਾਅ ਨੂੰ ਦਰਸਾਉਂਦੇ ਹਨ, ਜਦੋਂ ਕਿ ਅੰਤ ਵਿੱਚ ਪਾਤਰ ਦੇ ਜਾਗਰੂਕ ਹੋਣ ਤੇ ਰੰਗ ਚਮਕੀਲੇ ਹੋ ਜਾਂਦੇ ਹਨ। ਸੰਗੀਤ ਇਸ ਡਰਾਮੇ ਦੀ ਰੂਹ ਹੈ। ਪਿਛੋਕੜ ਵੱਲੋਂ ਵੱਜਦੀ ਉਦਾਸ ਰਗ ਉਹਨਾਂ ਪਲਾਂ ਵਿੱਚ ਪ੍ਰਦਰਸ਼ਕਾਂ ਦੇ ਦਿਲਾਂ ਨੂੰ ਹੋਰ ਕਸਕ ਪੈਦਾ ਕਰਦੀ ਹੈ। ਇਹ ਸੰਗੀਤ ਇੰਨਾ ਜਜ਼ਬਾਤੀ ਹੈ ਕਿ ਉਹਨਾਂ ਦ੍ਰਿਸ਼ਾਂ ਵਿੱਚ, ਜਿੱਥੇ ਅਭਿਨੇਤਾ ਕੋਈ ਸ਼ਬਦ ਨਹੀਂ ਬੋਲਦਾ, ਸਿਰਫ ਸੰਗੀਤ ਹੀ ਬੋਲਦਾ ਹੈ। ਡਰਾਮੇ ਦੀ ਸਾਊਂਡ ਡਿਜ਼ਾਈਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਦਰਸ਼ਕ ਹਰ ਸਾਹ, ਹਰ ਰੋਣ ਅਤੇ ਹਰ ਚੀਕ ਨੂੰ ਮਹਿਸੂਸ ਕਰ ਸਕੇ। ਹਾਲਾਂਕਿ ਡਰਾਮੇ ਦੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕੁਝ ਸਥਾਨਾਂ ਤੇ ਕਹਾਣੀ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਥੋੜ੍ਹੀ ਘਟ ਸਕਦੀ ਹੈ। ਖਾਸ ਕਰਕੇ ਮੱਧ ਦੇ ਦ੍ਰਿਸ਼ਾਂ ਵਿੱਚ, ਜਿੱਥੇ ਪਾਤਰ ਦੀ ਡਿਪਰੈਸ਼ਨ ਨੂੰ ਦਿਖਾਉਣ ਲਈ ਲੰਮੇ ਚੁੱਪ ਦ੍ਰਿਸ਼ ਅਕਸਰ ਦੁਹਰਾਏ ਗਏ ਹਨ। ਥੋੜ੍ਹੀ ਜਿਹੀ ਕਟਾਈ ਅਤੇ ਰਫ਼ਤਾਰ ਤੇਜ਼ ਕੀਤੀ ਜਾਂਦੀ ਤਾਂ ਡਰਾਮਾ ਹੋਰ ਵੀ ਕ੍ਰਿਸਪ ਬਣ ਸਕਦਾ ਸੀ। ਨਾਲ ਹੀ ਕੁਝ ਸਹਾਇਕ ਕਿਰਦਾਰ ਸਤਹੀ ਰਹਿ ਜਾਂਦੇ ਹਨ, ਦਰਸ਼ਕ ਉਹਨਾਂ ਬਾਰੇ ਬਹੁਤ ਕੁਝ ਨਹੀਂ ਸਿੱਖਦਾ। ਸਮਾਜਿਕ ਨਜ਼ਰੀਏ ਤੋਂ ਡਰਾਮਾ ਔਰਤਾਂ, ਬਜ਼ੁਰਗਾਂ ਅਤੇ ਨੌਕਰੀ ਕਰਨ ਵਾਲੇ ਛੋਟੇ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਬਾਰੀਕੀ ਨਾਲ ਵਿੰਨਦਾ ਹੈ। ਅੱਜ ਦੇ ਮੁਕਾਬਲੇਬਾਜ਼ ਸਮਾਜ ਵਿੱਚ,
ਜਿੱਥੇ ਹਰ ਕੋਈ ਸ਼ੋਰ ਮਚਾਉਂਦਾ ਹੈ। ਇਹ ਡਰਾਮਾ ਦਰਸ਼ਕਾਂ ਨੂੰ ਸ਼ਾਂਤ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਫਾਲਸ ਵੀਕਲਿੰਗ ਟਰੂ ਪਾਵਰ ਸਮਾਜ ਦਾ ਆਇਨਾ ਹੈ ਕਿ ਅਸੀਂ ਅਕਸਰ ਕਮਜ਼ੋਰ ਦਿਸਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਦਕਿ ਕਈ ਵਾਰ ਉਹੀ ਲੋਕ ਇਤਿਹਾਸ ਪਲਟਣ ਦੀ ਤਾਕਤ ਰੱਖਦੇ ਹਨ। ਇਸ ਦੇ ਮੁਕਾਬਲੇ ਹੋਰ ਪੰਜਾਬੀ ਡਰਾਮੇ ਜਿਵੇਂ ਬਦਲਾਵ ਜਾਂ ਕੁੜਮਯਾਨ ਵਿੱਚ ਆਮ ਤੌਰ ਤੇ ਬਦਲਾ ਦਿਖਾਇਆ ਜਾਂਦਾ ਹੈ, ਪਰ ਇਸ ਡਰਾਮੇ ਦੀ ਖਾਸੀਅਤ ਇਹ ਹੈ ਕਿ ਇਹ ਉਸਾਰੂ ਬਦਲੇ ਦੀ ਗੱਲ ਕਰਦਾ ਹੈ, ਵਿਨਾਸ਼ ਦੀ ਨਹੀਂ। ਪਾਤਰ ਕਿਸੇ ਨੂੰ ਮਾਰਦਾ ਨਹੀਂ, ਸਗੋਂ ਆਪਣੀ ਕਮਜ਼ੋਰੀ ਨੂੰ ਹੀ ਮਾਰ ਕੇ ਤਾਕਤਵਰ ਬਣਦਾ ਹੈ। ਇਹ ਡਰਾਮਾ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਕਿ ਤਾਕਤਵਰ ਉਹ ਹੈ ਜੋ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲੇ, ਜਦੋਂ ਕਿ ਅਸਲ ਸੁਰੱਖਿਆ ਚੁੱਪ ਵਿੱਚ ਲੁਕੀ ਹੁੰਦੀ ਹੈ। ਡਰਾਮੇ ਦਾ ਕਲਾਈਮੈਕਸ, ਜਦੋਂ ਮੁੱਖ ਪਾਤਰ ਹੌਲੀ ਬੋਲਣਾ ਸ਼ੁਰੂ ਕਰਦਾ ਹੈ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਉਸਨੇ ਸਾਰੀਆਂ ਗਲਤੀਆਂ ਅਤੇ ਅਤਿਆਚਾਰਾਂ ਨੂੰ ਇੱਕ ਕਿਤਾਬ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ। ਬਾਹਰੀ ਤੌਰ ਤੇ ਲੋਕੀ ਉਸ ਨੂੰ ਪਾਗਲ ਜਾਂ ਨਿਕੰਮਾ ਕਹਿੰਦੇ ਰਹੇ, ਪਰ ਅੰਦਰੋਂ ਉਹ ਇੱਕ ਇਤਿਹਾਸ ਲਿਖ ਰਿਹਾ ਸੀ। ਇਹ ਸੀਨ ਦਰਸ਼ਕਾਂ ਨੂੰ ਸਖਤ ਟਕਰਾ ਦਿੰਦਾ ਹੈ, ਖਾਸ ਕਰਕੇ ਜਦੋਂ ਉਸ ਦੇ ਸਤਾਉਣ ਵਾਲਿਆਂ ਨੂੰ ਉਹਨਾਂ ਦੇ ਹੀ ਘਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਚੁੱਪ ਦੀ ਉਹ ਸਿਰਜਣਾਤਮਕ ਤਾਕਤ ਉਗੜ ਕੇ ਸਾਹਮਣੇ ਆਉਂਦੀ ਹੈ। ਨਿਰਦੇਸ਼ਕ ਨੇ ਫਾਲਸ ਵੀਕਲਿੰਗ ਦੇ ਰਾਹੀਂ ਦਿਖਾਇਆ ਹੈ ਕਿ ਫਿਲਮਾਂ ਵੀ ਸਮਾਜ ਸੁਧਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਕਹਾਣੀ ਖੂਬਸੂਰਤੀ ਨਾਲ ਇਹ ਉਭਾਰਦੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਖਾਂ ਦੇ ਬਾਵਜੂਦ ਵੀ ਤਾਕਤ ਦੇਣਾ ਸਿਖਾ ਸਕਦੀ ਹੈ। ਇੱਕ ਦ੍ਰਿਸ਼ ਵਿੱਚ ਮੁੱਖ ਪਾਤਰ ਦੀ ਮਾਂ ਕਹਿੰਦੀ ਹੈ, ਪੁੱਤਰ, ਸ਼ੇਰ ਜੰਗਲ ਦਾ ਰਾਜਾ ਇਸ ਕਰਕੇ ਹੈ ਕਿਉਂਕਿ ਉਹ ਚੁੱਪ ਰਹਿ ਕੇ ਸ਼ਿਕਾਰ ਕਰਦਾ ਹੈ, ਬਗੈਰ ਕਿਸੇ ਨੂੰ ਸੁਣਾਏ। ਇਹ ਸਿੱਖਿਆ ਕੇਂਦਰੀ ਪਾਤਰ ਨੂੰ ਉਸ ਦੀ ਮੁਸ਼ਕਲ ਘੜੀ ਵਿੱਚ ਪੂਰੀ ਤਰ੍ਹਾਂ ਉਤਾਰਦੀ ਹੈ। ਪਰ ਫਿਰ ਵੀ ਡਰਾਮੇ ਵਿੱਚ ਕੁਝ ਤਕਨੀਕੀ ਗਲਤੀਆਂ ਨਜ਼ਰ ਆਉਂਦੀਆਂ ਹਨ। ਐਡੀਟਿੰਗ ਦੌਰਾਨ ਕੁਝ ਪਲਾਂ ਵਿੱਚ ਅਚਾਨਕ ਦ੍ਰਿਸ਼ਾਂ ਦੀ ਤਬਦੀਲੀ ਥੋੜੀ ਅਟਕੀ ਹੋਈ ਜਾਪਦੀ ਹੈ। ਨਾਲ ਹੀ ਡਰਾਮੇ ਵਿੱਚ ਉਹ ਨਿਖਾਰ ਜੋ ਆਖਰੀ 10 ਮਿੰਟਾਂ ਵਿੱਚ ਆਉਂਦਾ ਹੈ, ਸ਼ਾਇਦ ਥੋੜਾ ਜਿਹਾ ਜਲਦੀ ਲਿਆਉਣ ਦੀ ਲੋੜ ਸੀ ਤਾਂ ਕਿ ਕੁਝ ਭਾਵੁਕ ਪਲ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੇ। ਬਹੁਤ ਸਾਰੇ ਆਲੋਚਕਾਂ ਨੇ ਇਹ ਵੀ ਨੋਟ ਕੀਤਾ ਕਿ ਕੁਝ ਸੰਵਾਦ ਬਹੁਤ ਜ਼ਿਆਦਾ ਦਾਰਸ਼ਨਿਕ ਬਣ ਜਾਂਦੇ ਹਨ, ਜੋ ਆਮ ਪੰਜਾਬੀ ਦਰਸ਼ਕ ਨੂੰ ਥੋੜੇ ਪਰੇਸ਼ਾਨ ਕਰ ਸਕਦੇ ਹਨ। ਸੰਖੇਪ ਵਿੱਚ, ਫਾਲਸ ਵੀਕਲਿੰਗ ਟਰੂ ਪਾਵਰ ਪੰਜਾਬੀ ਸਿਨੇਮਾ ਲਈ ਇੱਕ ਪ੍ਰਯੋਗ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਡੂੰਘੀਆਂ ਕਹਾਣੀਆਂ ਦਾ ਆਨੰਦ ਮਾਣਦੇ ਹਨ। ਇਹ ਸਿਰਫ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਸੰਵੇਦਨਾ ਹੈ ਜੋ ਤੁਹਾਨੂੰ ਸਕਰੀਨ ਤੋਂ ਉੱਠਣ ਤੋਂ ਬਾਅਦ ਕਈ ਦਿਨਾਂ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਉਹ ਗਹਿਰਾਈ ਅਤੇ ਭਾਵੁਕਤਾ ਹੈ ਜੋ ਅਕਸਰ ਮੁੱਖ ਧਾਰਾ ਦੇ ਡਰਾਮਿਆਂ ਵਿੱਚ ਨਹੀਂ ਮਿਲਦੀ। ਭਾਵੇਂ ਇਸ ਦੀ ਰਫ਼ਤਾਰ ਸੁਸਤ ਹੈ, ਭਾਵੇਂ ਇਸ ਵਿੱਚ ਕੁਝ ਘਾਟਾਂ ਹਨ, ਪਰ ਇਹ ਉਹਨਾਂ ਦਰਸ਼ਕਾਂ ਲਈ ਅਮੂਲ ਹੈ ਜੋ